ਬੱਚਿਓ, ਜਿਸ ਤਰ੍ਹਾਂ ਹੀ ਤੁਹਾਡੇ ਦਿਨ ਦੀ ਸ਼ੁਰੂਆਤ ਹੁੰਦੀ ਹੈ, ਤੁਹਾਨੂੰ ਟੂਥਪੇਸਟ, ਸਾਬਣ, ਦੁੱਧ, ਬ੍ਰੈਡ, ਪੇਪਰ, ਪੈਨਸਿਲ, ਸ਼ੂਜ਼, ਯੂਨੀਫਾਰਮ, ਪੈਟਰੋਲ ਆਦਿ ਚੀਜ਼ਾਂ ਦੀ ਜ਼ਰੂਰਤ ਪੈਂਦੀ ਹੈ। ਕੀ ਤੁਸੀਂ ਇਹਨਾਂ ਸਾਰੀਆਂ ਚੀਜ਼ਾਂ ਵਿੱਚ ਕੋਈ ਸਾਂਝਾ ਪਦਾਰਥ ਜਾਂ ਕੋਈ ਸਾਂਝਾ ਗੁਣ ਦੱਸ ਸਕਦੇ ਹੋ? ਇਹ ਸਾਰੀਆਂ ਚੀਜ਼ਾਂ ਕਾਰਬਨ ਦੇ ਯੌਗਿਕਾਂ ਦੀਆਂ ਬਣੀਆਂ ਹੋਈਆਂ ਹਨ। ਕਾਰਬਨ ਦੁਨੀਆ ਦਾ ਚੌਥੇ ਸਥਾਨ ਤੇ ਮਿਲਣ ਵਾਲਾ ਖਣਿਜ ਹੈ ਅਤੇ ਧਰਤੀ ਦੀ ਪੇਪੜੀ ਵਿੱਚ ਮਿਲਣ ਵਾਲਾ ਇਹ 15ਵਾਂ ਪਦਾਰਥ ਹੈ। ਧਰਤੀ ਦੀ ਪੇਪੜੀ ਵਿੱਚ ਕਾਰਬਨ 0.18% ਕਾਰਬੋਨੇਟ, ਕੋਲਾ ਅਤੇ ਪੈਟਰੋਲੀਅਮ ਦੇ ਰੂਪ ਵਿੱਚ ਮਿਲਦਾ ਹੈ। ਸਾਡੇ ਵਾਯੂਮੰਡਲ ਵਿੱਚ ਕਾਰਬਨ ਕਾਰਬਨ ਡਾਈਆਕਸਾਈਡ ਦੇ ਰੂਪ ਵਿੱਚ ਮਿਲਦੀ ਹੈ, ਜੋ ਕਿ ਸਿਰਫ 0.03% ਹੀ ਹੈ। ਕਾਰਬਨ ਦੀਆਂ ਕੁਝ ਹੋਰ ਕਿਸਮਾਂ ਜਿਵੇਂ ਗ੍ਰੇਫਾਈਟ, ਡਾਇਮੰਡ ਅਤੇ ਫਿਊਲਰੇਨਜ਼ ਹਨ। ਕਾਰਬਨ ਦਾ ਪਰਮਾਣੂ ਅੰਕ 6 ਹੈ, ਜਿਸ ਵਿੱਚ 6 ਇਲੈਕਟ੍ਰੌਨਜ਼ ਅਤੇ 6 ਪ੍ਰੋਟੌਨਜ਼ ਹੁੰਦੇ ਹਨ। ਇਸ ਦੀ ਇਲੈਕਟ੍ਰੋਨੀ ਤਰਤੀਬ 2, 4 ਹੈ। 4 ਇਲੈਕਟ੍ਰੌਨ ਇਸ ਦੇ ਬਾਹਰੀ ਸੈੱਲ ਵਿੱਚ ਹੁੰਦੇ ਹਨ, ਜਿਸ ਕਰਕੇ ਇਸ ਦੀ ਸੰਯੋਜਕਤਾ 4 ਹੈ। ਇਹ 4 ਇਲੈਕਟ੍ਰੌਨ ਗੁਆ ਦੇਵੇ ਤਾਂ ਇਸ ਦੀ ਇਲੈਕਟ੍ਰੋਨੀ ਤਰਤੀਬ ਹੀਲੀਅਮ ਦੀ ਹੋ ਜਾਵੇਗੀ, ਪਰ ਜੇ ਇਹ 4 ਇਲੈਕਟ੍ਰੌਨ ਲੈ ਲੈਂਦਾ ਹੈ ਤਾਂ ਇਸ ਦੀ ਇਲੈਕਟ੍ਰੋਨੀ ਤਰਤੀਬ ਨਿਓਨ ਦੀ ਹੋ ਜਾਵੇਗੀ। ਪਰ ਬੱਚਿਓ, ਅਜਿਹਾ ਕਰਨਾ ਕਾਰਬਨ ਪਰਮਾਣੂ ਲਈ ਬਹੁਤ ਹੀ ਔਖਾ ਹੈ। ਬੱਚਿਓ, ਕਾਰਬਨ ਦਾ ਪਰਮਾਣੂ ਅੰਕ 6 ਹੁੰਦਾ ਹੈ। ਜੇ ਅਸੀਂ ਇਸ ਦੇ ਪਰਮਾਣੂ ਦੀ ਬਣਤਰ ਵੇਖੀਏ ਤਾਂ ਇਸ ਦੀ ਬਾਹਰੀ ਸ਼ੈਲ L ਹੁੰਦੀ ਹੈ ਅਤੇ ਅੰਦਰਲੀ ਨੂੰ K ਸ਼ੈਲ ਦਾ ਨਾਮ ਦਿੱਤਾ ਜਾਂਦਾ ਹੈ। ਇਲੈਕਟ੍ਰਾਨੀ ਤਰਤੀਬ ਦੇ ਹਿਸਾਬ ਨਾਲ ਇਸ ਦੇ ਅੰਦਰਲੀ K ਸ਼ੈਲ ਅੰਦਰ 2 ਇਲੈਕਟ੍ਰਾਨ ਅਤੇ ਬਾਹਰਲੀ ਸ਼ੈਲ ਵਿੱਚ 4 ਇਲੈਕਟ੍ਰਾਨ ਹੁੰਦੇ ਹਨ। ਇਸ ਦੇ ਨਿਊਕਲੀਅਸ ਭਾਵ ਸੈਂਟਰ ਵਿੱਚ 6 ਪ੍ਰੋਟੌਨ ਅਤੇ 6 ਨਿਊਟਰਾਨ ਹੁੰਦੇ ਹਨ। L ਸ਼ੈਲ ਨੂੰ ਆਪਣਾ ਅਸ਼ਟਕ ਪੂਰਾ ਕਰਨ ਲਈ ਭਾਵ ਬਾਹਰਲੀ ਸ਼ੈਲ ਵਿੱਚ 8 ਇਲੈਕਟ੍ਰਾਨ ਪੂਰੇ ਕਰਨ ਲਈ ਅਤੇ ਇੱਕ ਨੋਬਲ ਗੈਸ ਇਲੈਕਟ੍ਰਾਨੀ ਤਰਤੀਬ ਹਾਸਲ ਕਰਨ ਲਈ ਜਾਂ ਤਾਂ ਆਪਣੇ ਬਾਹਰੀ ਸ਼ੈਲ ਦੇ 4 ਇਲੈਕਟ੍ਰੌਨ ਗੁਆਉਣੇ ਪੈਣਗੇ ਜਾਂ 4 ਹੋਰ ਇਲੈਕਟ੍ਰੌਨ ਪ੍ਰਾਪਤ ਕਰਨੇ ਪੈਂਦੇ ਹਨ। ਜੇ ਕਾਰਬਨ ਮੰਨ ਲਵੋ ਕਿ 4 ਹੋਰ ਇਲੈਕਟ੍ਰੌਨ ਪ੍ਰਾਪਤ ਕਰ ਲੈਂਦਾ ਹੈ ਤਾਂ ਕੀ ਹੋਵੇਗਾ? ਇਸ ਨਾਲ ਕਾਰਬਨ ਉੱਤੇ ਰਿਣ ਚਾਰਜ ਆ ਜਾਵੇਗਾ, ਜੋ ਕਿ ਸੰਭਵ ਨਹੀਂ ਹੈ ਕਿਉਂਕਿ ਕਾਰਬਨ ਦਾ ਆਕਾਰ ਬਹੁਤ ਛੋਟਾ ਹੁੰਦਾ ਹੈ ਅਤੇ ਜੇ ਅਸੀਂ ਉਸ ਦੀ ਬਾਹਰੀ ਸ਼ੈਲ ਵਿੱਚ 4 ਹੋਰ ਇਲੈਕਟ੍ਰੌਨ ਭਰਨਾ ਸ਼ੁਰੂ ਕਰਾਂਗੇ ਤਾਂ ਇਲੈਕਟ੍ਰਾਨਾਂ ਵਿਚਕਾਰ ਆਪਸੀ ਅਪਕਰਸ਼ਣ ਹੋ ਜਾਵੇਗੀ। ਸੋ ਕਾਰਬਨ 4 ਇਲੈਕਟ੍ਰੌਨ ਇਕੱਠੇ ਨਹੀਂ ਲੈ ਸਕਦਾ। ਦੂਜੇ ਪਾਸੇ ਮੰਨ ਲਓ ਕਿ ਕਾਰਬਨ 4 ਇਲੈਕਟ੍ਰੌਨ ਗੁਆ ਕੇ ਧਨ ਚਾਰਜਿਤ ਆਇਨ ਬਣ ਜਾਂਦਾ ਹੈ, ਜੋ ਕਿ ਫੇਰ ਸੰਭਵ ਨਹੀਂ ਹੈ ਕਿਉਂਕਿ ਫੇਰ ਕਾਰਬਨ ਦਾ ਛੋਟਾ ਆਕਾਰ ਹੋਣ ਕਰਕੇ ਇਲੈਕਟ੍ਰਾਨ ਅਤੇ ਨਿਊਕਲੀਅਸ ਵਿਚਕਾਰ ਘੱਟ ਦੂਰੀ ਹੈ, ਜਿਸ ਕਰਕੇ ਆਕਰਸ਼ਣ ਜ਼ਿਆਦਾ ਹੁੰਦਾ ਹੈ। ਜਿੰਨੇ ਇਲੈਕਟ੍ਰਾਨ ਬਾਹਰ ਨਿਕਲਦੇ ਜਾਣਗੇ ਓਨਾ ਹੀ ਆਕਰਸ਼ਣ ਵੱਧਦਾ ਜਾਵੇਗਾ, ਜਿਸ ਦਾ ਮਤਲਬ
ਇਹ ਦੋਵੇਂ ਹੀ ਕੇਸ ਸੰਭਵ ਨਹੀਂ ਹਨ। ਇਸ ਲਈ ਬੱਚਿਓ, ਕਾਰਬਨ ਆਪਣੇ ਦੂਜੇ ਪਰਮਾਣੂਆਂ ਜਾਂ ਦੂਜੇ ਤੱਤਾਂ ਦੇ ਪਰਮਾਣੂਆਂ ਦੇ ਸਹਿ ਸੰਯੋਜਕ ਇਲੈਕਟ੍ਰਾਨਾਂ ਨੂੰ ਸਾਂਝਾ ਕਰਕੇ ਇਸ ਸਮੱਸਿਆ ਨੂੰ ਸੁਲਝਾ ਲੈਂਦਾ ਹੈ। ਭਾਵ ਉਹ ਸਹਿ ਸੰਯੋਜਨ ਬੰਧਨ ਬਣਾ ਲੈਂਦਾ ਹੈ, ਜਿਹੜਾ ਕਿ ਦੋ ਤੱਤਾਂ ਵਿਚਕਾਰ ਇਲੈਕਟ੍ਰਾਨਾਂ ਦੀ ਸਾਂਝ ਨਾਲ ਬਣਦਾ ਹੈ। ਸੋ ਬੱਚਿਓ, ਇਸ ਤਰ੍ਹਾਂ ਕਾਰਬਨ ਆਪਣੇ 4 ਇਲੈਕਟ੍ਰਾਨ ਕਿਸੇ ਹੋਰ ਦੇ 4 ਇਲੈਕਟ੍ਰਾਨਾਂ ਨਾਲ ਸਾਂਝੇ ਕਰ ਲੈਂਦਾ ਹੈ ਅਤੇ ਦੂਜੇ ਤੱਤਾਂ ਨਾਲ ਮਿਲ ਕੇ ਸਹਿ ਸੰਯੋਜਨ ਬੰਧਨ ਬਣਾਉਂਦਾ ਹੈ ਅਤੇ ਨਵੇਂ ਯੌਗਿਕ ਦਾ ਨਿਰਮਾਣ ਕਰਦਾ ਹੈ। ਸਹਿ ਸੰਯੋਜਕ ਬੰਧਨ ਆਇਨੀ ਬੰਧਨ ਨਾਲੋਂ ਕਮਜ਼ੋਰ ਹੁੰਦਾ ਹੈ, ਜਿਸ ਕਰਕੇ ਕਾਰਬਨ ਦੇ ਯੌਗਿਕਾਂ ਦਾ ਪਿਘਲਣ ਅੰਕ ਅਤੇ ਉਬਾਲ ਦਰਜਾ ਆਇਨੀ ਯੌਗਿਕਾਂ ਤੋਂ ਬਹੁਤ ਹੀ ਘੱਟ ਹੁੰਦਾ ਹੈ। ਕਾਰਬਨ ਦੀ ਇੱਕ ਹੋਰ ਵਿਲੱਖਣ ਯੋਗਤਾ ਹੁੰਦੀ ਹੈ, ਜਿਸ ਨਾਲ ਉਹ ਕਾਰਬਨ ਦੇ ਹੀ ਹੋਰ ਪਰਮਾਣੂਆਂ ਨਾਲ ਮਿਲ ਕੇ ਇੱਕ ਵੱਡੇ ਅਣੂ ਦੀ ਸੰਰਚਨਾ ਕਰਦਾ ਹੈ। ਇਸ ਨੂੰ ਅਸੀਂ ਲੜੀ ਬੰਧਨ ਆਖਦੇ ਹਾਂ। ਲੜੀ ਸ਼ਾਖਾਵਾਂ ਜਾਂ ਛੱਲਿਆਂ ਦੇ ਰੂਪ ਵਿੱਚ ਹੋ ਸਕਦੀ ਹੈ। ਇਸ ਦੇ ਨਾਲ ਹੀ ਕਾਰਬਨ ਦੇ ਪਰਮਾਣੂ ਇਕਹਿਰੇ, ਦੂਹਰੇ ਅਤੇ ਤੀਹਰੇ ਬੰਧਨ ਵਿੱਚ ਵੀ ਜੁੜੇ ਹੋ ਸਕਦੇ ਹਨ। ਕਾਰਬਨ ਪਰਮਾਣੂਆਂ ਵਿਚਕਾਰ ਕੇਵਲ ਇਕਹਿਰੇ ਬੰਧਨ ਨਾਲ ਜੁੜੇ ਕਾਰਬਨਾਂ ਦੇ ਯੌਗਿਕਾਂ ਨੂੰ ਸੰਤ੍ਰਿਪਤ ਯੌਗਿਕ ਕਹਿੰਦੇ ਹਨ ਅਤੇ ਕਾਰਬਨ ਪਰਮਾਣੂਆਂ ਵਿਚਕਾਰ ਦੂਹਰੇ ਜਾਂ ਤੀਹਰੇ ਬੰਧਨਾਂ ਵਾਲੇ ਕਾਰਬਨ ਦੇ ਯੌਗਿਕਾਂ ਨੂੰ ਅਸੰਤ੍ਰਿਪਤ ਯੌਗਿਕ ਕਿਹਾ ਜਾਂਦਾ ਹੈ। ਅਸੀਂ ਮੀਥੇਨ ਦੀ ਰਚਨਾ ਪਹਿਲਾਂ ਹੀ ਸਮਝ ਲਈ ਹੈ। ਹੁਣ ਅਸੀਂ ਈਥੇਨ, ਈਥੀਨ ਅਤੇ ਈਥਾਈਨ ਬਾਰੇ ਜਾਣਾਂਗੇ। C2H6 ਫਾਰਮੂਲੇ ਨਾਲ ਬਣਨ ਵਾਲਾ ਯੌਗਿਕ ਕਾਰਬਨ ਅਤੇ ਹਾਈਡਰੋਜਨ ਤੋਂ ਬਣਿਆ ਹੋਇਆ ਹੈ। ਇੱਕ ਸਰਲ ਕਾਰਬਨ ਯੌਗਿਕ ਦੀ ਰਚਨਾ ਪ੍ਰਾਪਤ ਕਰਨ ਲਈ ਸਭ ਤੋਂ ਪਹਿਲਾਂ ਕਾਰਬਨ ਦੇ ਪਰਮਾਣੂਆਂ ਨੂੰ ਇਕਹਿਰੇ ਬੰਧਨ ਦੁਆਰਾ ਆਪਸ ਵਿੱਚ ਜੋੜਿਆ ਜਾਂਦਾ ਹੈ। ਫਿਰ ਕਾਰਬਨ ਦੀ ਬਾਕੀ ਸੰਯੋਜਕ ਸਮਰੱਥਾ ਪੂਰੀ ਕਰਨ ਲਈ ਹਾਈਡਰੋਜਨ ਦੇ ਪਰਮਾਣੂਆਂ ਦਾ ਉਪਯੋਗ ਕੀਤਾ ਜਾਂਦਾ ਹੈ। ਕਾਰਬਨ ਅਤੇ ਹਾਈਡਰੋਜਨ ਦੇ ਇੱਕ ਹੋਰ ਯੌਗਿਕ ਦਾ ਸੂਤਰ ਹੈ C2H4, ਜਿਸ ਨੂੰ ਈਥੀਨ ਕਹਿੰਦੇ ਹਨ। ਇਸ ਵਿੱਚ ਹਰ ਇੱਕ ਕਾਰਬਨ 2 ਹਾਈਡਰੋਜਨ ਪਰਮਾਣੂਆਂ ਨਾਲ ਜੁੜਿਆ ਹੁੰਦਾ ਹੈ, ਪਰ ਹਰ ਇੱਕ ਕਾਰਬਨ ਪਰਮਾਣੂ ਦੀ ਸੰਯੋਜਕਤਾ ਅਜੇ ਵੀ ਅਪੂਰਨ ਹੈ। ਇਸ ਨੂੰ ਤਾਂ ਹੀ ਪੂਰਾ ਕੀਤਾ ਜਾ ਸਕਦਾ ਹੈ ਜੇ 2 ਕਾਰਬਨਾਂ ਵਿਚਕਾਰ ਦੂਹਰਾ ਬੰਧਨ ਹੋਵੇ। ਕਾਰਬਨ ਅਤੇ ਹਾਈਡਰੋਜਨ ਦੇ ਇੱਕ ਹੋਰ ਯੌਗਿਕ ਦਾ ਸੂਤਰ C2H2 ਹੈ, ਜਿਸ ਦਾ ਨਾਂ ਈਥਾਈਨ ਹੈ। ਕਾਰਬਨ ਦੇ ਪਰਮਾਣੂਆਂ ਦੀਆਂ ਸੰਯੋਜਕਤਾਵਾਂ ਪੂਰੀਆਂ ਕਰਨ ਲਈ ਦੋਨੋਂ ਕਾਰਬਨ ਪਰਮਾਣੂਆਂ ਵਿਚਕਾਰ ਤੀਹਰਾ ਬੰਧਨ ਜ਼ਰੂਰੀ ਹੈ। ਬੱਚਿਓ, ਕਾਰਬਨ ਦੇ ਅਜਿਹੇ ਯੌਗਿਕ ਜਿੱਥੇ ਕਾਰਬਨ ਪਰਮਾਣੂਆਂ ਵਿਚਕਾਰ ਦੂਹਰੇ ਜਾਂ ਤੀਹਰੇ ਬੰਧਨ ਹੋਣ, ਉਹਨਾਂ ਨੂੰ ਅਸੰਤ੍ਰਿਪਤ ਯੌਗਿਕ ਕਿਹਾ ਜਾਂਦਾ ਹੈ। ਇਹ ਯੌਗਿਕ ਸੰਤ੍ਰਿਪਤ ਕਾਰਬਨ ਯੌਗਿਕਾਂ ਨਾਲੋਂ ਵਧੇਰੇ ਕਿਰਿਆਸ਼ੀਲ ਹੁੰਦੇ ਹਨ। ਬੱਚਿਓ, ਅਸੀਂ ਜ਼ਿਆਦਾਤਰ ਜਿਹੜਾ ਬਾਲਣ ਇਸਤੇਮਾਲ ਕਰਦੇ ਹਾਂ, ਜਿਵੇਂ ਕਿ ਕੋਲਾ, ਪੈਟਰੋਲ, CNG ਜਾਂ LPG, ਉਹ ਜਾਂ ਤਾਂ ਕਾਰਬਨ ਹੁੰਦੇ ਹਨ ਜਾਂ ਕਾਰਬਨ ਦੇ ਯੌਗਿਕ।
ਆਓ ਅਸੀਂ ਕੁਝ ਕਾਰਬਨ ਯੌਗਿਕਾਂ ਦੇ ਰਸਾਇਣਿਕ ਗੁਣਾਂ ਬਾਰੇ ਜਾਣੀਏ। ਕਾਰਬਨ ਆਪਣੇ ਸਾਰੇ ਭਿੰਨ ਰੂਪਾਂ ਵਿੱਚ ਆਕਸੀਜਨ ਅੰਦਰ ਬਲ ਕੇ ਕਾਰਬਨ ਡਾਈਆਕਸਾਈਡ ਦੇ ਨਾਲ-ਨਾਲ ਤਾਪ ਊਰਜਾ ਅਤੇ ਪ੍ਰਕਾਸ਼ ਊਰਜਾ ਦਿੰਦੀ ਹੈ। ਵਧੇਰੇ ਕਰਕੇ ਕਾਰਬਨ ਦੇ ਯੌਗਿਕ ਵੀ ਬਲਨ ਨਾਲ ਵੱਡੀ ਮਾਤਰਾ ਵਿੱਚ ਤਾਪ ਊਰਜਾ ਅਤੇ ਪ੍ਰਕਾਸ਼ ਉਤਪੰਨ ਕਰਦੇ ਹਨ। ਬੱਚਿਓ, ਆਓ ਇਸ ਨੂੰ ਸਮਝਣ ਲਈ ਇੱਕ ਕਿਰਿਆ ਕਰਦੇ ਹਾਂ। ਇੱਕ ਚਮਚ ਵਿੱਚ ਕੁਝ ਕੁ ਮਾਤਰਾ ਕਾਰਬਨ ਯੌਗਿਕ ਜਿਵੇਂ ਕਿ ਕੈਂਫਰ ਜਾਂ ਕਪੂਰ ਦੀ ਲਓ। ਹੁਣ ਇੱਕ ਦੂਸਰੇ ਚਮਚ ਵਿੱਚ ਅਲਕੋਹਲ ਲਵੋ। ਇਹਨਾਂ ਨੂੰ ਬਾਰੀ-ਬਾਰੀ ਜਲਾਓ। ਉਤਪੰਨ ਹੋਈ ਲਾਟ ਨੂੰ ਧਿਆਨ ਨਾਲ ਦੇਖੋ ਕਿ ਕਿਸ ਨੂੰ ਜਲਾਉਣ ਉਪਰੰਤ ਧੂਆਂ ਪ੍ਰਾਪਤ ਹੁੰਦਾ ਹੈ। ਹੁਣ ਲਾਟ ਦੇ ਉੱਪਰ ਇੱਕ ਧਾਤ ਦੀ ਪੱਤਰੀ ਰੱਖੋ। ਵੇਖੋ, ਪਹਿਲਾਂ ਕੈਂਫਰ ਨੂੰ ਜਲਾਉਣ ਉਪਰੰਤ ਪੱਤਰੀ ਉੱਪਰ ਕਜਲਈ ਕਾਲੀ ਪਰਤ ਜੰਮ ਜਾਵੇਗੀ, ਕਿਉਂਕਿ ਬੱਚਿਓ ਅਸੰਤ੍ਰਿਪਤ ਕਾਰਬਨ ਯੌਗਿਕ ਵਧੇਰੇ ਕਰਕੇ ਕਾਲੇ ਧੂਏ ਵਾਲੀ ਲਾਟ ਦਿੰਦੇ ਹਨ। ਪਰ ਅਲਕੋਹਲ ਦੇ ਕੇਸ ਵਿੱਚ ਪੱਤਰੀ ਉੱਪਰ ਕੁਝ ਵੀ ਨਹੀਂ ਜੰਮੇਗਾ, ਕਿਉਂਕਿ ਸੰਤ੍ਰਿਪਤ ਹਾਈਡਰੋਕਾਰਬਨ ਆਮ ਤੌਰ ਤੇ ਸਾਫ਼ ਲਾਟ ਦਿੰਦੇ ਹਨ। ਇਸ ਨੂੰ ਸਮਝਣ ਲਈ ਆਓ ਇੱਕ ਹੋਰ ਕਿਰਿਆ ਕਰੀਏ। ਇੱਕ ਬਰਨਰ ਲਓ ਅਤੇ ਇਸ ਨੂੰ ਜਲਾਓ। ਭਿੰਨ-ਭਿੰਨ ਪ੍ਰਕਾਰ ਦੀ ਲਾਟ ਜਾਂ ਧੂਆਂ ਪੈਦਾ ਕਰਨ ਲਈ ਹਵਾ ਦੀ ਮਾਤਰਾ ਨੂੰ ਘਟਾਓ ਅਤੇ ਵਧਾਓ। ਤੁਸੀਂ ਵੇਖੋਗੇ ਕਿ ਹਵਾ ਦੀ ਮਾਤਰਾ ਘਟਾਉਣ ਨਾਲ ਸੰਤ੍ਰਿਪਤ ਹਾਈਡਰੋਕਾਰਬਨ ਤੋਂ ਵੀ ਕਜਲਈ ਲਾਟ ਨਿਕਲੇਗੀ। ਘਰਾਂ ਵਿੱਚ ਵਰਤੀ ਜਾਣ ਵਾਲੀ ਗੈਸ ਜਾਂ ਮਿੱਟੀ ਦੇ ਤੇਲ ਦੇ ਸਟੋਵ ਵਿੱਚ ਹਵਾ ਆਉਣ ਲਈ ਛੇਕ ਹੁੰਦੇ ਹਨ, ਤਾਂ ਜੋ ਕਾਫੀ ਮਾਤਰਾ ਵਿੱਚ ਆਕਸੀਜਨ ਭਰਪੂਰ ਮਿਸ਼ਰਣ ਬਲ ਕੇ ਸਾਫ਼ ਨੀਲੀ ਲਾਟ ਦੇ ਦੇਵੇ। ਬੱਚਿਓ, ਜੇ ਤੁਸੀਂ ਆਪਣੀ ਕੋਈ ਕਮੀਜ਼ ਨੂੰ ਪਾਣੀ ਵਿੱਚ ਧੋਣ ਲਈ ਪਾਓ ਤਾਂ ਇਸ ਨਾਲ ਕੁਝ ਕੁ ਧੂੜ ਮਿੱਟੀ ਤਾਂ ਉਤਰ ਜਾਵੇਗੀ, ਪਰ ਕੁਝ ਦਾਗ ਲੱਗੇ ਰਹਿ ਜਾਣਗੇ। ਇਹ ਦਾਗ ਧੱਬੇ ਤੇਲ ਜਾਂ ਚਿਕਨਾਈ ਦੇ ਹੋ ਸਕਦੇ ਹਨ। ਇਹਨਾਂ ਨੂੰ ਪਾਣੀ ਨਾਲ ਨਹੀਂ ਹਟਾਇਆ ਜਾ ਸਕਦਾ। ਫਿਰ ਇਹਨਾਂ ਨੂੰ ਕਿਸ ਤਰ੍ਹਾਂ ਸਾਫ਼ ਕੀਤਾ ਜਾ ਸਕਦਾ ਹੈ? ਸਾਨੂੰ ਇਹਨਾਂ ਨੂੰ ਸਾਫ਼ ਕਰਨ ਲਈ ਸਾਬਣ ਜਾਂ ਕਿਸੇ ਮੈਲ ਨਿਵਾਰਕ ਦੀ ਲੋੜ ਪਏਗੀ। ਸਾਬਣ ਅਤੇ ਮੈਲ ਨਿਵਾਰਕ, ਜਿਸ ਨੂੰ ਅਸੀਂ ਡਿਟਰਜੈਂਟ ਵੀ ਕਹਿੰਦੇ ਹਾਂ, ਰਸਾਇਣਿਕ ਤੌਰ ਤੇ ਇੱਕ ਦੂਜੇ ਤੋਂ ਵੱਖ ਹੁੰਦੇ ਹਨ, ਪਰ ਦੋਵਾਂ ਦਾ ਕੰਮ ਇੱਕੋ ਜਿਹਾ ਹੁੰਦਾ ਹੈ। ਸਾਬਣ ਦਾ ਅਣੂ ਦੋ ਹਿੱਸਿਆਂ ਤੋਂ ਬਣਿਆ ਹੁੰਦਾ ਹੈ, ਇੱਕ ਹੈੱਡ ਅਤੇ ਇੱਕ ਤੇਲ। ਹੈੱਡ ਵਾਲੇ ਪਾਸੇ ਸੋਡੀਅਮ ਜਾਂ ਪੋਟਾਸ਼ੀਅਮ ਦੇ ਕਾਰਬੋਕਸਿਲੇਟ ਹੁੰਦੇ ਹਨ। ਇਹਨਾਂ ਦੇ ਉੱਪਰ ਚਾਰਜ ਹੁੰਦਾ ਹੈ। ਇਹ ਪਾਣੀ ਵਿੱਚ ਘੁਲ ਜਾਂਦਾ ਹੈ। ਹਾਈਡਰੋਕਾਰਬਨ ਲੜੀ ਵਾਲੇ ਚਿਕਨਾਈ ਵਿੱਚ ਘੁਲਣ ਵਾਲੇ ਦੂਜੇ ਸਿਰੇ ਭਾਵ ਤੇਲ ਨੂੰ ਜਲ ਵਿਰੋਧੀ ਆਖਦੇ ਹਨ। ਜਦੋਂ ਪਾਣੀ ਵਿੱਚ ਸਾਬਣ ਨੂੰ ਘੋਲਿਆ ਜਾਂਦਾ ਹੈ ਤਾਂ ਸਾਬਣ ਦੇ ਅਣੂ ਮੈਲ ਦੇ ਆਲੇ ਦੁਆਲੇ ਇੱਕ ਖਾਸ ਅਵਸਥਾ
ਬਣਾ ਲੈਂਦੇ ਹਨ। ਇਸ ਅਵਸਥਾ ਵਿੱਚ ਸਾਬਣ ਦੇ ਅਣੂ ਦੇ ਸਿਰ ਯਾਨੀ ਹੈਡ ਪਾਣੀ ਵਿੱਚ ਘੁਲ ਜਾਂਦੇ ਹਨ ਅਤੇ ਇਸ ਦੀ ਟੇਲ ਚਿਕਨਾਈ ਵਾਲੀ ਮੈਲ ਨਾਲ ਚਿਪਕ ਜਾਂਦੀ ਹੈ। ਇਸ ਸਟਰਕਚਰ ਜਾਂ ਢਾਂਚੇ ਨੂੰ ਮਿਸੈਲ ਕਿਹਾ ਜਾਂਦਾ ਹੈ। ਇਹ ਮਿਸੈਲ ਚਿਕਨਾਈ ਨੂੰ ਕੱਪੜੇ ਤੋਂ ਢਿੱਲਾ ਕਰਦਾ ਹੈ, ਪਰ ਇੰਨਾ ਹੀ ਕਾਫੀ ਨਹੀਂ ਹੁੰਦਾ। ਚਿਕਨਾਈ ਨੂੰ ਕੱਪੜੇ ਤੋਂ ਪੂਰੀ ਤਰ੍ਹਾਂ ਅਲੱਗ ਕਰਨ ਲਈ ਸਾਨੂੰ ਆਪਣੇ ਹੱਥਾਂ ਨਾਲ ਥੋੜਾ ਰਗੜਨਾ ਵੀ ਪੈਂਦਾ ਹੈ। ਇਹ ਕੰਮ ਵਾਸ਼ਿੰਗ ਮਸ਼ੀਨਾਂ ਨਾਲ ਵੀ ਹੁੰਦਾ ਹੈ। ਸੋ ਬੱਚਿਓ, ਇਸ ਤਰ੍ਹਾਂ ਸਾਬਣ ਅਤੇ ਡਿਟਰਜੈਂਟ ਕੱਪੜਿਆਂ ਤੋਂ ਮੈਲ ਨੂੰ ਅਲੱਗ ਕਰ ਦਿੰਦੇ ਹਨ। ਬੱਚਿਓ, ਤੁਸੀਂ ਵੇਖ ਸਕਦੇ ਹੋ ਕਿ ਕਿਸੇ ਹਾਈਡਰੋਜਨ ਪਰਮਾਣੂ ਨੂੰ ਅਲਕੋਹਲ ਨਾਲ ਵਿਸਥਾਪਿਤ ਕੀਤਾ ਜਾ ਸਕਦਾ ਹੈ, ਪਰ ਇਸ ਨਾਲ ਕਾਰਬਨ ਯੌਗਿਕ ਦੇ ਗੁਣ ਪ੍ਰਭਾਵਿਤ ਹੁੰਦੇ ਹਨ, ਭਾਵੇਂ ਕਾਰਬਨ ਲੜੀ ਦੀ ਲੰਬਾਈ ਕੁਝ ਵੀ ਹੋਵੇ। ਉਦਾਹਰਣ ਵਜੋਂ ਮੀਥਾਨੋਲ, ਈਥੇਨੋਲ, ਪ੍ਰੋਪੇਨੋਲ ਅਤੇ ਬਿਊਟੇਨੋਲ ਇਹਨਾਂ ਸਾਰਿਆਂ ਦੇ ਰਸਾਇਣਿਕ ਗੁਣਾਂ ਵਿੱਚ ਬਹੁਤ ਸਮਾਨਤਾ ਹੈ। ਇਸ ਲਈ ਯੌਗਿਕਾਂ ਦੀ ਅਜਿਹੀ ਲੜੀ ਜਿਸ ਵਿੱਚ ਕਾਰਬਨ ਲੜੀ ਵਿੱਚ ਸਥਿਤ ਹਾਈਡਰੋਜਨ ਨੂੰ ਇੱਕ ਹੀ ਪ੍ਰਕਾਰ ਦਾ ਕਿਰਿਆਤਮਕ ਸਮੂਹ, ਜਿਸ ਨੂੰ ਫੰਕਸ਼ਨਲ ਗਰੁੱਪ ਵੀ ਕਿਹਾ ਜਾਂਦਾ ਹੈ, ਵਿਸਥਾਪਿਤ ਕਰਦਾ ਹੈ, ਉਸ ਨੂੰ ਸਮਜਾਤੀ ਲੜੀ ਜਾਂ ਹੋਮੋਲੋਗਸ ਸੀਰੀਜ਼ ਕਹਿੰਦੇ ਹਨ। ਜੇਕਰ ਅਸੀਂ ਕ੍ਰਮਵਾਰ ਮੀਥੇਨ, ਈਥੇਨ, ਪ੍ਰੋਪੇਨ, ਬਿਊਟੇਨ ਅਤੇ ਪੈਂਟੇਨ ਇਹਨਾਂ ਸਾਰੇ ਯੌਗਿਕਾਂ ਦੇ ਸੂਤਰਾਂ ਨੂੰ ਵੇਖੀਏ ਤਾਂ ਇਹ ਸਾਰੇ ਹੀ CH2 ਇਕਾਈ ਨਾਲ ਅੰਤਰ ਰੱਖਦੇ ਹਨ।